ਸਾਰਿਆਂ ਦਾ ਵੈਲਕਮ ਸਕੂਲ ਦੇ ਇਸ YouTube ਚੈਨਲ 'ਤੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੜ੍ਹਾਂਗੇ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੀ ਸ਼ਹੀਦੀ। 6ਵੇਂ ਗੁਰੂ ਸਾਹਿਬ ਗੁਰੂ ਹਰਗੋਬਿੰਦ ਜੀ ਤੋਂ ਬਾਅਦ 7ਵੇਂ ਔਰ 8ਵੇਂ ਗੁਰੂ ਸਾਹਿਬ ਜੀ ਦਾ ਜਿਹੜਾ ਕਾਲ ਸੀ ਉਹ ਸ਼ਾਂਤੀਮੈ ਦਾ ਸਮਾਂ ਸੀ, ਸ਼ਾਂਤੀ ਦਾ ਸਮਾਂ ਸੀ। ਉਸ ਤੋਂ ਬਾਅਦ ਜਦੋਂ 9ਵੇਂ ਗੁਰੂ ਤੇਗ ਬਹਾਦਰ ਜੀ ਗੁਰੂ ਗੱਦੀ 'ਤੇ ਵਿਰਾਜਮਾਨ ਹੋਏ ਤਾਂ ਇੱਕ ਵਾਰੀ ਫਿਰ ਮੁਗਲਾਂ ਦੇ ਨਾਲ ਉਹਨਾਂ ਦਾ ਆਮਣਾ ਸਾਹਮਣਾ ਹੋਇਆ ਔਰ 9ਵੇਂ ਗੁਰੂ ਸਾਹਿਬ ਨੂੰ ਵੀ ਸ਼ਹੀਦ ਹੋਣਾ ਪਿਆ। ਤਾਂ ਇਸ ਲੈਸਨ ਦੇ ਵਿੱਚ ਆਪਾਂ ਇਸ ਸਾਰੇ ਬਾਰੇ ਡਿਟੇਲ ਜਿਹੜੀ ਹੈ ਉਹ ਪੜ੍ਹਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਪਿੱਛੋਂ ਉਹਨਾਂ ਦੇ ਪੋਤਰੇ ਗੁਰੂ ਹਰ ਰਾਏ ਜੀ ਗੁਰੂ ਗੱਦੀ ਉੱਤੇ ਬੈਠੇ। ਆਪਣੇ ਗੁਰੂ ਕਾਲ ਦੇ ਤਕਰੀਬਨ 16 ਸਾਲ ਵਿੱਚ ਉਹਨਾਂ ਨੇ ਪੂਰਨ ਤੌਰ 'ਤੇ ਸ਼ਾਂਤੀ ਦੀ ਨੀਤੀ ਅਪਣਾਈ। ਗੁਰੂ ਕਾਲ ਦਾ ਉਹਨਾਂ ਦਾ ਸਮਾਂ ਸੀ 1645 ਈਸਵੀ ਤੋਂ 1661 ਈਸਵੀ ਤੱਕ। ਭਾਵੇਂ 6ਵੇਂ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਉਹਨਾਂ ਨੇ ਆਪਣੇ ਕੋਲ 2200 ਘੋੜਸਵਾਰਾਂ ਦੀ ਸੈਨਾ ਰੱਖੀ ਸੀ, ਤਾਂ ਵੀ ਉਹਨਾਂ ਨੇ ਨਾ ਤਾਂ ਕੋਈ ਯੁੱਧ ਕੀਤਾ ਅਤੇ ਨਾ ਹੀ ਸੈਨਿਕ ਕਾਰਜਾਂ ਵਿੱਚ ਕੋਈ ਦਿਲਚਸਪੀ ਦਿਖਾਈ। ਵਾਸਤਵ ਵਿੱਚ ਉਹ ਸੁਭਾਅ ਤੋਂ ਹੀ ਸ਼ਾਂਤੀਪ੍ਰਿਯ ਅਤੇ ਨਰਮ ਦਿਲ ਵਿਅਕਤੀ ਸਨ। ਉਹਨਾਂ ਨੇ ਆਪਣੇ ਸਾਰੇ ਸਮੇਂ ਦੇ ਤੇ ਸ਼ਕਤੀ ਦੀ ਵਰਤੋਂ ਧਾਰਮਿਕ ਕੰਮਾਂ ਲਈ ਹੀ ਕੀਤੀ। ਗੁਰੂ ਹਰ ਰਾਏ ਜੀ ਦੇ ਪਿੱਛੋਂ ਉਹਨਾਂ ਦੇ ਛੋਟੇ ਪੁੱਤਰ ਹਰਕ੍ਰਿਸ਼ਨ ਜੀ ਗੁਰੂ ਗੱਦੀ ਉੱਤੇ ਬੈਠੇ, ਜੋ ਉਸ ਸਮੇਂ ਕੇਵਲ 5 ਸਾਲਾਂ ਦੇ ਬਾਲਕ ਸਨ। ਉਹ 1661 ਈਸਵੀ ਤੋਂ 1664 ਈਸਵੀ ਤੱਕ ਗੁਰੂ ਰਹੇ। ਇਹ ਸੰਖੇਪ ਜਿਹੇ ਕਾਲ ਵਿੱਚ ਕੋਈ ਵਿਸ਼ੇਸ਼ ਤੇ ਮਹੱਤਵਪੂਰਨ ਘਟਨਾ ਨਹੀਂ ਵਾਪਰੀ ਅਤੇ ਬਾਲ ਗੁਰੂ ਆਪਣੇ ਪਿਤਾ ਵਾਂਗ ਹੀ ਧਾਰਮਿਕ ਕਾਰਜ ਕਰਦੇ ਰਹੇ। 1664 ਈਸਵੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਬਣੇ। ਉਹ ਵੀ ਆਪਣੇ 2 ਪੂਰਵਾਧਿਕਾਰੀਆਂ ਦੀ ਤਰ੍ਹਾਂ ਸ਼ਾਂਤੀ ਦੀ ਨੀਤੀ 'ਤੇ ਚੱਲਦੇ ਰਹੇ। ਉਹਨਾਂ ਨੇ ਧਰਮ ਦਾ ਪ੍ਰਚਾਰ ਕਰਨ ਲਈ ਦੂਰ ਦੂਰ ਦੇ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ। 1675 ਈਸਵੀ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਦੇ ਕਾਰਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਲਈ 1645 ਈਸਵੀ ਤੋਂ 1675 ਈਸਵੀ ਤੱਕ ਦੇ 7ਵੇਂ 8ਵੇਂ ਤੇ 9ਵੇਂ ਗੁਰੂ ਸਾਹਿਬਾਨ ਦੇ ਕਾਲ ਨੂੰ ਸ਼ਾਂਤੀ ਦਾ ਮੱਧ ਅੰਤਰ ਕਿਹਾ ਜਾ ਸਕਦਾ ਹੈ। ਸਭ ਤੋਂ ਪਹਿਲੇ ਆਪਾਂ ਇਸ ਦੇ ਵਿੱਚ ਪੜ੍ਹਦੇ ਹਾਂ ਗੁਰੂ ਤੇਗ ਬਹਾਦਰ ਜੀ ਦਾ ਮੁੱਢਲਾ ਜੀਵਨ, ਯਾਨੀ ਕਿ ਅਰਲੀ ਕੈਰੀਅਰ ਆਫ ਗੁਰੂ ਤੇਗ ਬਹਾਦਰ ਜੀ। ਸਭ ਤੋਂ ਪਹਿਲੇ ਉਸ ਦੇ ਵਿੱਚ ਹੈ ਜਨਮ ਅਤੇ ਮਾਤਾ ਪਿਤਾ। ਗੁਰੂ ਤੇਗ ਬਹਾਦਰ ਜੀ ਦਾ ਆਰੰਭਿਕ ਨਾਮ ਤਿਆਗਮਲ ਸੀ। ਉਹਨਾਂ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਉਹ 6ਵੇਂ ਗੁਰੂ ਹਰਗੋਬਿੰਦ ਜੀ ਦੇ 5ਵੇਂ ਅਤੇ ਸਭ ਤੋਂ ਛੋਟੇ ਪੁੱਤਰ ਸਨ ਔਰ ਮਾਤਾ ਦਾ ਨਾਮ ਉਹਨਾਂ ਦਾ ਸੀ ਨਾਨਕੀ ਜੀ। ਬਚਪਨ ਅਤੇ ਸਿੱਖਿਆ। ਤਿਆਗਮਲ ਇੱਕ ਬਹੁਤ ਹੀ ਹੋਣਹਾਰ ਬਾਲਕ ਸਨ। ਜਦੋਂ ਉਹ 4.5 ਵਰ੍ਹਿਆਂ ਦੇ ਹੋਏ ਤਾਂ ਉਹਨਾਂ ਦੀ ਸਿੱਖਿਆ ਦਾ ਉਚਿਤ ਪ੍ਰਬੰਧ ਕੀਤਾ ਗਿਆ। ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਉਹਨਾਂ ਦੇ ਪ੍ਰਤੱਖ ਅਧਿਆਪਕਾਂ ਵਿੱਚੋਂ ਸਨ। ਉਹਨਾਂ ਨੇ ਕਈ ਭਾਸ਼ਾਵਾਂ, ਇਤਿਹਾਸ ਅਤੇ ਗਣਿਤ ਤੋਂ ਇਲਾਵਾ ਤਰਕ ਸ਼ਾਸਤਰ, ਤੱਤ ਗਿਆਨ, ਦਰਸ਼ਨ ਸ਼ਾਸਤਰ, ਭਗਵਤ ਗੀਤਾ, ਰਾਮਾਇਣ, ਮਹਾਭਾਰਤ, ਕੁਰਾਨ ਤੇ ਸੂਫੀ ਮਤ ਦੀਆਂ ਪੁਸਤਕਾਂ ਦਾ ਵੀ ਗਿਆਨ ਪ੍ਰਾਪਤ ਕੀਤਾ ਸੀ। ਘੋੜਸਵਾਰੀ ਵੀ ਉਹਨਾਂ ਨੇ ਸਿੱਖੀ। ਸ਼ਾਸਤਰਾਂ ਨੂੰ ਚਲਾਉਣ ਦੀ ਵਿੱਦਿਆ ਵੀ ਉਹਨਾਂ ਨੇ ਸਿੱਖੀ। ਸੰਗੀਤ ਅਤੇ ਕਵਿਤਾ ਦੇ ਵਿੱਚ ਵੀ ਬੜੀ ਖਾਸ ਉਹਨਾਂ ਦੀ ਦਿਲਚਸਪੀ ਜਿਹੜੀ ਹੈ ਉਹ ਰਹੀ। ਗੁਰੂ ਹਰਗੋਬਿੰਦ ਜੀ ਦੇ ਨਾਲ ਕਰਤਾਰਪੁਰ ਦੀ ਲੜਾਈ ਜੋ ਕਿ 1635 ਈਸਵੀ ਵਿੱਚ ਹੋਈ ਸੀ, ਤਿਆਗਮਲ ਨੇ ਐਸੀ ਬਹਾਦਰੀ ਦਿਖਾਈ, ਐਸਾ ਸਬੂਤ ਦਿੱਤਾ ਕਿ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰ ਦਾ ਜਿਹੜਾ ਨਾਮ ਹੈ ਉਹ ਤਿਆਗਮਲ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ। ਤੇਗ ਯਾਨੀ ਕਿ ਤਲਵਾਰ ਔਰ ਬਹਾਦਰ ਯਾਨੀ ਤਲਵਾਰ ਦਾ ਧਨੀ। ਤਾਂ ਇਸ ਤੋਂ ਆਪਾਂ ਨੂੰ ਉਹਨਾਂ ਦੀ ਜਿਹੜੀ ਯੋਗਤਾ ਹੈ ਉਹਦਾ ਪਤਾ ਲੱਗਦਾ ਹੈ। ਉਸ ਤੋਂ ਬਾਅਦ ਵਿਆਹ ਦੀ ਅਗਰ ਗੱਲ ਕਰੀਏ, ਕਰਤਾਰਪੁਰ ਦਾ ਨਿਵਾਸੀ ਲਾਲ ਚੰਦ ਅਤੇ ਉਸ ਦੀ ਪਤਨੀ ਬਿਸ਼ਨ ਕੌਰ ਤੇਗ ਬਹਾਦਰ ਜੀ ਦੇ ਗੁਣਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਆਪਣੀ ਪੁੱਤਰੀ ਗੁਜਰੀ ਜੀ ਦਾ ਵਿਆਹ ਜਿਹੜਾ ਹੈ ਉਹ ਉਹਨਾਂ ਦੇ ਨਾਲ ਉਹਨਾਂ ਨੇ ਕਰ ਦਿੱਤਾ। ਬਹੁਤ ਸਮੇਂ ਤੱਕ ਗੁਰੂ ਤੇਗ ਬਹਾਦਰ ਜੀ ਦੇ ਘਰ ਕੋਈ ਸੰਤਾਨ ਨਾ ਹੋਈ। 1666 ਈਸਵੀ 'ਚ ਉਹਨਾਂ ਦੇ ਘਰ ਇੱਕ ਸਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਗੋਬਿੰਦ ਦਾਸ ਰੱਖਿਆ ਗਿਆ। ਆਪਾਂ ਸਾਰੇ ਜਾਣਦੇ ਹਾਂ ਕਿ ਇਹੀ ਬਾਅਦ 'ਚ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਬਣੇ। ਇਸ ਤੋਂ ਬਾਅਦ ਬਕਾਲਾ ਵਿਖੇ ਨਿਵਾਸ। 1645 ਈਸਵੀ 'ਚ ਆਪਣੇ ਦੇਹਾਂਤ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਨੇ ਆਪਣੇ ਪੋਤਰੇ ਹਰ ਰਾਏ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ। ਹੁਣ ਗੁਰੂ ਹਰਗੋਬਿੰਦ ਜੀ ਦੇ ਹੁਕਮ ਅਨੁਸਾਰ ਨਾਨਕੀ, ਤੇਗ ਬਹਾਦਰ ਅਤੇ ਗੁਜਰੀ ਜੀ ਹੁਣ ਬਕਾਲਾ ਨਾਮੀ ਪਿੰਡ, ਅੱਜ ਕੱਲ੍ਹ ਜਿਹਨੂੰ ਬਿਆਸ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਜਗ੍ਹਾ ਹੈ, ਉੱਥੇ ਰਹਿਣ ਲੱਗੇ। 17ਵੀਂ ਸਦੀ ਵਿੱਚ ਇੱਕ ਮਹੱਤਵਪੂਰਨ ਸ਼ਹਿਰ ਸੀ।
ਇੱਥੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਜੀਵਨ ਦੇ ਲਗਭਗ 20 ਸਾਲ 1645 ਤੋਂ 64 ਈਸਵੀ ਤੱਕ ਦਾ ਜੋ ਸਮਾਂ ਹੈ ਉਹ ਉੱਥੇ ਬਤੀਤ ਕੀਤਾ। ਕਹਿੰਦੇ ਨੇ ਕਿ ਗੁਰੂ ਸਾਹਿਬ ਇੱਥੇ ਗੁਫਾ ਜਾਂ ਭੋਰਾ ਜਿਹਨੂੰ ਕਹਿ ਸਕਦੇ ਆ ਉਸ ਦੇ ਵਿੱਚ ਆਪਦਾ ਜ਼ਿਆਦਾ ਸਮਾਂ ਜਿਹੜਾ ਬਤੀਤ ਕਰਦੇ ਸੀ ਔਰ ਪਰਮਾਤਮਾ ਦੇ ਧਿਆਨ ਦੇ ਵਿੱਚ ਲੀਨ ਜਿਹੜੇ ਸੀ ਉਹ ਰਹਿੰਦੇ ਸੀ। ਗੁਰੂ ਗੱਦੀ ਦੀ ਪ੍ਰਾਪਤੀ ਕਿਸ ਤਰ੍ਹਾਂ ਨੌਵੇਂ ਗੁਰੂ ਸਾਹਿਬ ਨੂੰ ਹੋਈ? ਮਾਰਚ 1664 ਈਸਵੀ ਵਿੱਚ ਜਿਹੜੇ 8ਵੇਂ ਗੁਰੂ ਸੀ ਗੁਰੂ ਹਰਕ੍ਰਿਸ਼ਨ ਜੀ ਨੇ ਆਪਣੇ ਦੇਹਾਂਤ ਤੋਂ ਪਹਿਲਾਂ 2 ਸ਼ਬਦ ਕਹੇ, ਬਾਬਾ ਬਕਾਲਾ। ਇਹਨਾਂ 2 ਸ਼ਬਦਾਂ ਤੋਂ ਭਾਵ ਸੀ ਕਿ ਉਹਨਾਂ ਦਾ ਜੋ ਉੱਤਰਾਧਿਕਾਰੀ ਬਣੇਗਾ, ਜੋ ਅਗਲਾ ਗੁਰੂ ਬਣੇਗਾ, ਉਹ ਬਕਾਲਾ ਪਿੰਡ ਵਿੱਚ ਰਹਿੰਦਾ ਹੋਇਆ ਉਹਨਾਂ ਦਾ ਬਾਬਾ ਹੈ। ਹੁਣ ਇਸ ਦਾ ਨਤੀਜਾ ਕੀ ਹੋਇਆ ਕਿ ਬਕਾਲਾ ਪਿੰਡ ਦੇ ਵਿੱਚ 22 ਜਿਹੜੇ ਸੀ ਉਹ ਨਕਲੀ ਗੁਰੂ ਬਣ ਕੇ ਬੈਠ ਗਏ, ਕਿਉਂਕਿ ਨਾਮ 8ਵੇਂ ਗੁਰੂ ਸਾਹਿਬ ਨੇ ਕੋਈ ਨਹੀਂ ਸੀ ਲਿਆ, ਤਾਂ ਇਸ ਕਰਕੇ ਉਸ ਚੀਜ਼ ਦਾ ਲਾਭ ਉਹਨਾਂ ਨੇ ਉਠਾਇਆ। ਲੇਕਿਨ ਇਸ ਦੇ ਦੌਰਾਨ ਹੀ ਇੱਕ ਮੱਖਣ ਸ਼ਾਹ ਲੁਬਾਣਾ ਨਾਂ ਦਾ ਇੱਕ ਵਪਾਰੀ ਸੀ, ਉਸਨੇ ਇੱਕ ਮੰਨਤ ਮੰਨੀ, ਸਮੁੰਦਰੀ ਰਸਤੇ ਨਾਲ ਉਹ ਵਪਾਰ ਕਰਦਾ ਸੀ ਔਰ ਉਸ ਦੀ ਉਹ ਪੂਰੀ ਹੋਈ। ਔਰ ਜਦੋਂ ਉਹ ਬਕਾਲਾ ਪਿੰਡ ਆਇਆ ਤਾਂ ਉਸਨੇ ਦੇਖਿਆ ਕਿ ਬਈ ਇੰਨੇ ਗੁਰੂ ਬਣ ਕੇ ਬੈਠੇ ਨੇ। ਲੇਕਿਨ ਜਦੋਂ ਉਸਨੇ ਆਦੇ ਨੌਵੇਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆਇਆ ਤਾਂ ਉਹਨਾਂ ਨੇ ਮੱਖਣ ਸ਼ਾਹ ਲੁਬਾਣਾ ਦੇ ਮਨ ਦੀ ਗੱਲ ਜਿਹੜੀ ਹੈ ਉਹ ਦੱਸ ਦਿੱਤੀ। ਤਾਂ ਕਹਿੰਦੇ ਨੇ ਉਹਨੇ ਸ਼ੋਰ ਪਾ ਦਿੱਤਾ ਕਿ ਗੁਰੂ ਲਾਧੋ ਰਹੇ, ਯਾਨੀ ਗੁਰੂ ਜਿਹੜਾ ਹੈ ਉਹ ਲੱਭ ਗਿਆ ਹੈ। ਤਾਂ ਇਸ ਤਰ੍ਹਾਂ ਮੱਖਣ ਸ਼ਾਹ ਲੁਬਾਣਾ ਦੇ ਪ੍ਰਯਾਸਾਂ ਦੇ ਨਾਲ ਨੌਵੇਂ ਗੁਰੂ ਸਾਹਿਬ ਦੀ ਪਹਿਚਾਣ ਜਿਹੜੀ ਹੈ ਉਹ ਹੋ ਸਕੀ। ਹੁਣ ਅੱਗੇ ਹੈ ਜੀ ਧੀਰਮਲ ਦਾ ਹਿੰਸਕ ਵਿਰੋਧ। ਗੁਰੂ ਹਰ ਰਾਏ ਜੀ ਦਾ ਵੱਡਾ ਭਰਾ ਧੀਰਮਲ ਬਹੁਤ ਹੀ ਸਵਾਰਥੀ ਅਤੇ ਹੰਕਾਰੀ ਵਿਅਕਤੀ ਸੀ। ਗੁਰੂ ਗੱਦੀ ਤੇ ਉਹ ਆਪਣਾ ਅਧਿਕਾਰ ਸਮਝਦਾ ਸੀ। ਹੁਣ ਜਦੋਂ ਗੁਰੂ ਤੇਗ ਬਹਾਦਰ ਜੀ ਗੁਰੂ ਬਣ ਗਏ, ਲੋਕਾਂ ਨੇ ਉਹਨਾਂ ਨੂੰ ਗੁਰੂ ਮੰਨ ਲਿਆ ਔਰ ਉਹਨਾਂ ਜ਼ਿਆਦਾ ਸ਼ਰਧਾ ਜਿਹੜੀ ਹੈ ਉਹ ਪ੍ਰਗਟ ਕੀਤੀ, ਤਾਂ ਉਹ ਬਹੁਤ ਜ਼ਿਆਦਾ ਗੁੱਸੇ ਹੋਇਆ ਔਰ ਬਹੁਤ ਜ਼ਿਆਦਾ ਜੈਲਸ ਹੋ ਗਿਆ ਨੌਵੇਂ ਗੁਰੂ ਸਾਹਿਬ ਜੀ ਤੋਂ, ਔਰ ਉਹਨਾਂ ਦੀ ਹੱਤਿਆ ਕਰਨ ਦੀ ਸਾਜ਼ਿਸ਼ ਵੀ ਉਸਨੇ ਕੀਤੀ। ਸ਼ੀਹਾ ਨਾਮ ਦਾ ਇੱਕ ਮਸੰਦ ਜਿਹੜਾ ਹੈ ਉਸਨੇ ਆਪਣੇ ਨਾਲ ਉਸਨੂੰ ਮਿਲਾ ਲਿਆ। ਔਰ ਕਹਿੰਦੇ ਨੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਦਰਸ਼ਨਾਂ ਲਈ ਨੌਵੇਂ ਗੁਰੂ ਸਾਹਿਬ ਪਹੁੰਚੇ ਤਾਂ ਮਸੰਦਾਂ ਨੇ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਔਰ ਸ਼ੀਹਾ ਨਾਂ ਦਾ ਜਿਹੜਾ ਮਸੰਦ ਸੀ ਉਸਨੇ ਬੰਦੂਕ ਤਾਣ ਲਈ ਗੁਰੂ ਸਾਹਿਬ ਤੇ ਔਰ ਗੋਲੀ ਵੀ ਚਲਾਈ। ਤਾਂ ਲੇਕਿਨ ਜਿਹੜੇ ਸਿੱਖ ਸੀ ਉਹਨਾਂ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ, ਜਿਸ ਕਰਕੇ ਧੀਰਮਲ ਨੂੰ ਜਿਹੜਾ ਹੈ ਉਹ ਜਗ੍ਹਾ ਛੱਡ ਕੇ ਜਾਣਾ ਪਿਆ ਔਰ ਉਹ ਫਿਰ ਕਰਤਾਰਪੁਰ ਵਿਖੇ ਵਾਪਸ ਜਿਹੜਾ ਹੈ ਉਹ ਚਲਾ ਗਿਆ। ਅੱਗੇ ਹੈ ਜੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ। ਹੁਣ ਅਗਰ ਆਪਾਂ ਗੱਲ ਕਰੀਏ ਯਾਤਰਾਵਾਂ ਦੀ ਤਾਂ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨਾਂ ਵਿੱਚੋਂ ਅਗਰ ਕਿਸੇ ਨੇ ਇੰਨੀਆਂ ਲੰਬੀਆਂ ਯਾਤਰਾਵਾਂ ਕੀਤੀਆਂ ਤਾਂ ਉਹ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਹੀ ਐਸੇ ਗੁਰੂ ਸਨ ਜਿਨ੍ਹਾਂ ਨੇ ਨਾ ਕੇਵਲ ਪੰਜਾਬ ਬਲਕਿ ਬਹੁਤ ਵੱਡੇ ਇਲਾਕੇ ਦੇ ਵਿੱਚ ਭਾਰਤ ਦੇ ਔਰ ਭਾਰਤ ਤੋਂ ਬਾਹਰ ਵੀ ਯਾਤਰਾਵਾਂ ਕੀਤੀਆਂ। ਹੁਣ ਇੱਕ ਤਾਂ ਕਿਉਂਕਿ ਧੀਰਮਲ ਜਾਂ ਰਾਮ ਰਾਏ ਇਹਨਾਂ ਦੇ ਵਿਰੋਧ ਕਰਕੇ ਗੁਰੂ ਸਾਹਿਬ ਨੂੰ ਇਹ ਫੈਸਲਾ ਕਰਨਾ ਪਿਆ ਕਿ ਕਿਉਂ ਨਾ ਲੋਕਾਂ ਦੇ ਵਿੱਚ ਜਾ ਕੇ ਗੁਰੂ ਸਾਹਿਬਾਨਾਂ ਦੇ ਸੰਦੇਸ਼ ਨੂੰ ਪਹੁੰਚਾਇਆ ਜਾਏ ਔਰ ਅੰਧ ਵਿਸ਼ਵਾਸ ਨੂੰ ਦੂਰ ਕੀਤਾ ਜਾਏ, ਧਰਮ ਦੇ ਸੱਚੇ ਗਿਆਨ ਨਾਲ ਲੋਕਾਂ ਨੂੰ ਰੂਬਰੂ ਕਰਾਇਆ ਜਾਏ ਔਰ ਅੰਧ ਵਿਸ਼ਵਾਸ ਜਿਹੜੇ ਹੈ ਉਹਨਾਂ ਦੇ ਤੋੜੇ ਜਾਣ। ਤਾਂ ਇਸ ਮਕਸਦ ਦੇ ਨਾਲ ਨੌਵੇਂ ਗੁਰੂ ਸਾਹਿਬ ਨੇ ਯਾਤਰਾਵਾਂ ਜਿਹੜੀਆਂ ਹੈ ਪ੍ਰੇਮ ਦਾ ਸੰਦੇਸ਼ ਥਾਂ ਥਾਂ ਤੇ ਪਹੁੰਚਾਉਣ ਲਈ ਇਹ ਯਾਤਰਾਵਾਂ ਕਰਨ ਦਾ ਨਿਸ਼ਚਾ ਕਰ ਲਿਆ। ਪਹਿਲਾਂ ਤਾਂ ਉਹਨਾਂ ਨੇ ਪਿਛਲੇ ਗੁਰੂਆਂ ਨਾਲ ਸੰਬੰਧਿਤ ਸਿੱਖ ਧਰਮ ਦੇ ਮਹੱਤਵਪੂਰਨ ਸਥਾਨਾਂ ਦੀ ਯਾਤਰਾ ਕੀਤੀ ਅਤੇ ਇਸ ਪਿੱਛੋਂ ਮਾਲਵਾ ਅਤੇ ਬਾਂਗਰ ਤੋਂ ਹੁੰਦੇ ਹੋਏ ਪੂਰਬ ਵੱਲ ਲੰਬੀ ਯਾਤਰਾ ਤੇ ਚਲੇ ਗਏ। ਇਸ ਤਰ੍ਹਾਂ ਉਹਨਾਂ ਨੇ ਪੰਜਾਬ ਤੋਂ ਲੈ ਕੇ ਬੰਗਾਲ ਤੇ ਅਸਾਮ ਤੱਕ ਤਕਰੀਬਨ ਸਾਰੇ ਉੱਤਰੀ ਭਾਰਤ ਦੀ ਯਾਤਰਾ ਕੀਤੀ। ਆਪਾਂ ਥੋੜਾ ਬਰੀਫ ਦੇ ਵਿੱਚ ਜਿਹੜੀਆਂ ਉਹਨਾਂ ਦੀ ਯਾਤਰਾਵਾਂ ਸੀ ਉਹਨਾਂ ਬਾਰੇ ਪੜਾਂਗੇ। ਸਾਰਾ ਆਪਣੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਇੰਨਾ ਜ਼ਿਆਦਾ ਮਹੱਤਵਪੂਰਨ ਨਹੀਂ ਹੈ। ਤਾਂ ਜਿਹੜੀਆਂ ਥਾਵਾਂ ਤੇ ਯਾਤਰਾਵਾਂ ਕੀਤੀਆਂ ਉਹਨਾਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਹੈ। ਤਾਂ 22 ਨਵੰਬਰ 1664 ਈਸਵੀ ਨੂੰ ਉਹ ਉੱਥੇ ਪਹੁੰਚੇ, ਲੇਕਿਨ ਹਰਿਮੰਦਰ ਸਾਹਿਬ ਦੇ ਵਿੱਚ ਦਰਸ਼ਨਾਂ ਲਈ ਉਹ ਨਹੀਂ ਜਾ ਸਕੇ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਮਸੰਦਾਂ ਨੇ ਉਹਨਾਂ ਨੂੰ ਦਰਸ਼ਨ ਨਹੀਂ ਕਰਨ ਦਿੱਤੇ ਔਰ ਗੁਰੂ ਸਾਹਿਬ ਤੇ ਗੋਲੀ ਵੀ ਜਿਹੜੀ ਹੈ ਉਹ ਚਲਾਈ ਸੀ। ਉਸ ਤੋਂ ਬਾਅਦ ਉਹ ਕੁਝ ਸ਼ਰਧਾਲੂਆਂ ਦੇ ਨਾਲ ਅੰਮ੍ਰਿਤਸਰ ਤੋਂ ਤਕਰੀਬਨ 6 ਕਿਲੋਮੀਟਰ ਦੀ ਦੂਰੀ ਤੇ ਇੱਕ ਵੱਲਾ ਨਾਮੀ ਪਿੰਡ ਸੀ, ਉੱਥੇ ਵੀ ਗੁਰੂ ਸਾਹਿਬ ਗਏ। ਉੱਥੇ ਇਸਤਰੀਆਂ ਨੇ ਬੜੀ ਸੇਵਾ ਗੁਰੂ ਸਾਹਿਬ ਦੀ ਕੀਤੀ ਔਰ ਉਹਨਾਂ ਨੇ ਕਿਹਾ ਮਾਈਆਂ ਰੱਬ ਰਜਾਈਆਂ। ਉਸ ਤੋਂ ਬਾਅਦ ਗੁਰੂ ਸਾਹਿਬ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਤਰਨ ਤਾਰਨ, ਖੇਮਕਰਨ ਆਦਿ ਸਾਰੇ ਇਲਾਕਿਆਂ ਦੇ ਵਿੱਚ ਗਏ। ਜਿਹੜੇ ਮਾਝਾ ਪ੍ਰਦੇਸ਼ ਦੇ ਹੋਰ ਵੀ ਕਈ ਮਹੱਤਵਪੂਰਨ ਥਾਂ ਸੀ ਉੱਥੇ ਵੀ ਗੁਰੂ ਸਾਹਿਬ ਜਿਹੜੇ ਸੀ ਉਹ ਪਹੁੰਚੇ। ਇਸ ਤੋਂ ਬਾਅਦ ਕੀਰਤਪੁਰ ਤੇ ਬਿਲਾਸਪੁਰ ਦੀ ਯਾਤਰਾ ਵੀ ਗੁਰੂ ਸਾਹਿਬ ਨੇ ਕੀਤੀ।
ਪਾਰ ਕਰਕੇ ਉਹ ਇਲਾਕੇ ਨੂੰ ਮਾਲਵਾ ਪ੍ਰਦੇਸ਼ ਵਿੱਚ ਵੀ ਗਏ। ਤਲਵੰਡੀ ਸਾਬੋ, ਮੋੜ, ਧਮਧਾਨ ਆਦਿ ਸਥਾਨਾਂ ਦੀ ਯਾਤਰਾ ਵੀ ਗੁਰੂ ਸਾਹਿਬ ਨੇ ਕੀਤੀ। 1665 'ਚੋਂ ਕੀਰਤਪੁਰ ਵੀ ਗਏ। ਇਸ ਤੋਂ ਬਾਅਦ ਚੱਕ ਨਾਨਕੀ ਦੀ ਨੀਂਹ ਜਿਹੜੀ ਹੈ ਉਹ ਵੀ ਗੁਰੂ ਸਾਹਿਬ ਵੱਲੋਂ ਰੱਖੀ ਗਈ। ਗੁਰੂ ਸਾਹਿਬ ਨੇ ਸਵਰਗਵਾਸੀ ਰਾਜਾ ਦੀਪ ਚੰਦ ਦੀ ਪਤਨੀ ਨੂੰ 500 ਰੁਪਏ ਦੇ ਕੇ ਕੀਰਤਪੁਰ ਦੇ ਨੇੜੇ ਮੱਖੋਵਾਲ ਪਿੰਡ ਦੀ ਜ਼ਮੀਨ ਜਿਹੜੀ ਸੀ ਉਹ ਮੁੱਲ ਲੈ ਲਈ। 19 ਜੂਨ 1665 ਈਸਵੀ ਨੂੰ ਇਸ ਜ਼ਮੀਨ 'ਤੇ ਇੱਕ ਨਵੇਂ ਸ਼ਹਿਰ ਦੀ ਨੀਂਹ ਰੱਖੀ ਗਈ, ਜਿਹਦਾ ਨਾਮ ਚੱਕ ਨਾਨਕੀ ਰੱਖਿਆ ਗਿਆ। ਔਰ ਇਸੇ ਜਗ੍ਹਾ ਦੇ ਆਲੇ ਦੁਆਲੇ ਬਾਅਦ ਵਿੱਚ ਜਿਹੜਾ ਆਨੰਦਪੁਰ ਨਗਰ ਜਿਹੜਾ ਹੈ ਉਹ ਵਸਿਆ। ਇਸ ਤੋਂ ਬਾਅਦ ਆਪਾਂ ਕਰਦੇ ਹਾਂ ਪੂਰਬੀ ਭਾਰਤ ਦੀਆਂ ਯਾਤਰਾਵਾਂ ਵੀ ਨੌਵੇਂ ਗੁਰੂ ਸਾਹਿਬ ਨੇ ਕੀਤੀਆਂ ਸਨ। ਚੱਕ ਨਾਨਕੀ ਦੀ ਨੀਂਹ ਤੋਂ ਪਿੱਛੋਂ ਗੁਰੂ ਸਾਹਿਬ ਨੇ ਭਾਰਤ ਵਿੱਚ ਪੂਰਬੀ ਪ੍ਰਦੇਸ਼ਾਂ ਦੀਆਂ ਲੰਬੀਆਂ ਯਾਤਰਾਵਾਂ ਦਾ ਫੈਸਲਾ ਜਿਹੜਾ ਹੈ ਉਹ ਕੀਤਾ। ਇਸ ਵਿੱਚ ਉਹਨਾਂ ਦੀ ਮਾਤਾ ਨਾਨਕੀ ਜੀ ਅਤੇ ਪਤਨੀ ਗੁਜਰੀ ਜੀ ਦੇ ਇਲਾਵਾ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਅਤੇ ਹੋਰ ਕੁਝ ਸ਼ਰਧਾਲੂ ਸਿੱਖ ਵੀ ਉਹਨਾਂ ਦੇ ਨਾਲ ਗਏ ਸਨ। ਕਿਹੜੀਆਂ ਖਾਸ ਥਾਵਾਂ 'ਤੇ ਗਏ ਜਿਨ੍ਹਾਂ 'ਚ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਸੈਫਾਬਾਦ ਅਤੇ ਧਮਧਾਨ। ਇਹ ਰੋਪੜ, ਬਨੂੜ, ਰਾਜਪੁਰਾ ਤੋਂ ਹੁੰਦੇ ਹੋਏ ਗੁਰੂ ਸਾਹਿਬ ਜਿਹੜੇ ਸੀ ਉਹ ਸੈਫਾਬਾਦ ਜਿਹੜੇ ਸੀ ਉਹ ਪਹੁੰਚੇ। ਇਸ ਤੋਂ ਇਲਾਵਾ ਉਹ ਦਿੱਲੀ ਦੀ ਯਾਤਰਾ 'ਤੇ ਵੀ ਗਏ। ਧਮਧਾਨ ਤੋਂ ਗੁਰੂ ਸਾਹਿਬ ਨੂੰ ਦਿੱਲੀ ਲਿਜਾਇਆ ਗਿਆ। ਇਹ ਵੀ ਇੱਥੇ ਮੈਂ ਦੱਸ ਦਿਆਂ ਕਿ ਧਮਧਾਨ ਤੋਂ ਹੀ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਮੁਗਲ ਬਾਦਸ਼ਾਹ ਔਰੰਗਜ਼ੇਬ ਜਿਹੜੇ ਸੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਫਿਰ ਦਿੱਲੀ ਲਿਜਾਇਆ ਗਿਆ। ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਉਹਨਾਂ ਨੂੰ ਪੇਸ਼ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਪੁੱਛਗਿੱਛ ਕਰਨ ਪਿੱਛੋਂ ਬਾਦਸ਼ਾਹ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਦੇਣ ਦਾ ਫੈਸਲਾ ਕੀਤਾ, ਪਰੰਤੂ ਆਮੇਰ ਦੇ ਰਾਜਾ ਰਾਮ ਸਿੰਘ ਨੇ ਬਾਦਸ਼ਾਹ ਨੂੰ ਯਕੀਨ ਦਿਵਾਇਆ ਕਿ ਗੁਰੂ ਸਾਹਿਬ ਤਾਂ ਇੱਕ ਸੰਤ ਹਨ ਅਤੇ ਉਹਨਾਂ ਨੂੰ ਸਜ਼ਾ ਦੇਣਾ ਉਚਿਤ ਨਹੀਂ। ਇਸ ਰਾਜਪੂਤ ਰਾਜੇ ਰਾਹੀਂ ਗੁਰੂ ਸਾਹਿਬ ਦੇ ਵਿਵਹਾਰ ਦੀ ਪੂਰੀ ਜ਼ਿੰਮੇਵਾਰੀ ਆਪਣੇ ਸਿਰ ਲੈਣ 'ਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਸਜ਼ਾ ਨਾ ਦਿੱਤੀ। ਰਾਜਾ ਰਾਮ ਸਿੰਘ ਨੇ ਤਕਰੀਬਨ 1 ਮਹੀਨਾ ਗੁਰੂ ਜੀ ਨੂੰ ਆਪਣੀ ਦੇਖਭਾਲ ਵਿੱਚ ਰੱਖਿਆ ਅਤੇ ਇਸ ਪਿੱਛੋਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਹੁਣ ਗੁਰੂ ਸਾਹਿਬ ਪੂਰਬੀ ਭਾਰਤ ਦੀ ਯਾਤਰਾ ਲਈ ਅੱਗੇ ਚਲੇ ਗਏ। ਕਿੱਥੇ ਕਿੱਥੇ ਫਿਰ ਉਹ ਗਏ, ਜਿਵੇਂ ਮਥੁਰਾ ਔਰ ਬ੍ਰਿੰਦਾਬਨ ਇਹ ਹਿੰਦੂਆਂ ਦੇ ਤੀਰਥ ਸਥਾਨ ਸੀ ਖਾਸ ਤੌਰ 'ਤੇ। ਉਸ ਤੋਂ ਬਾਅਦ ਆਗਰਾ, ਕਾਨਪੁਰ, ਪ੍ਰਯਾਗ ਇਹ ਸਾਰੇ ਇਲਾਕੇ ਵੀ ਹਿੰਦੂਆਂ ਦੇ ਜਿਹੜੇ ਤੀਰਥ ਸਥਾਨ ਬਣੇ ਹੋਏ ਸੀ, ਉੱਥੇ ਗੁਰੂ ਸਾਹਿਬ ਗਏ ਔਰ ਉੱਥੇ ਉਹਨਾਂ ਨੇ ਅਲੱਗ-ਅਲੱਗ ਥਾਵਾਂ 'ਤੇ ਹਿੰਦੂਆਂ ਕਈਆਂ ਨਾਲ ਗੱਲਬਾਤ ਕੀਤੀ ਔਰ ਉਹਨਾਂ ਦੇ ਅੰਧ ਵਿਸ਼ਵਾਸ ਦੂਰ ਕੀਤੇ। ਇਸ ਤੋਂ ਬਾਅਦ ਉਹ ਬਨਾਰਸ ਵੀ ਗਏ। ਇੱਥੋਂ ਵੀ ਸੰਗਤਾਂ ਦੇ ਨਾਲ ਕਾਫੀ ਉਹਨਾਂ ਦੀ ਭੇਂਟ ਹੋਈ। ਇਸ ਤੋਂ ਬਾਅਦ ਸਸਰਾਮ ਤੇ ਗਿਆ, ਇੱਥੇ ਵੀ ਨੌਵੇਂ ਗੁਰੂ ਸਾਹਿਬ ਪਹੁੰਚੇ। ਬਨਾਰਸ ਦੀ ਯਾਤਰਾ ਪਿੱਛੋਂ ਗੁਰੂ ਸਾਹਿਬ ਨੇ ਆਧੁਨਿਕ ਬਿਹਾਰ ਪ੍ਰਾਂਤ ਵਿੱਚ ਪ੍ਰਵੇਸ਼ ਕੀਤਾ। ਇੱਥੇ ਸਸਰਾਮ ਪਧਾਰੇ। ਸਸਰਾਮ ਵਿੱਚ ਸਿੱਖ ਪ੍ਰਚਾਰ ਦਾ ਮੁਖੀਆ ਮਸੰਦ ਫੱਗੂ ਸ਼ਾਹ ਸੀ। ਉਸਨੇ ਪਹਿਲਾਂ ਹੀ ਗੁਰੂ ਸਾਹਿਬ ਦੇ ਠਹਿਰਨ ਲਈ ਬਹੁਤ ਸੁੰਦਰ ਭਵਨ ਦਾ ਨਿਰਮਾਣ ਕਰਾਇਆ ਹੋਇਆ ਸੀ। ਗੁਰੂ ਸਾਹਿਬ ਲਗਭਗ 15 ਦਿਨ ਉੱਥੇ ਠਹਿਰੇ। ਉਸ ਤੋਂ ਬਾਅਦ ਉਹ ਜਿਹੜਾ ਬੁੱਧ ਧਰਮ ਦਾ ਪ੍ਰਸਿੱਧ ਤੀਰਥ ਸਥਾਨ ਹੈ ਗਿਆ, ਉੱਥੇ ਵੀ ਗਏ। ਉਸ ਤੋਂ ਬਾਅਦ ਗੁਰੂ ਸਾਹਿਬ ਗਏ ਪਟਨਾ ਤੇ ਮੁੰਗੇਰ। ਇਸ ਇਲਾਕੇ ਦੇ ਵਿੱਚ ਵੀ ਗੁਰੂ ਸਾਹਿਬ ਨੇ ਯਾਤਰਾਵਾਂ ਕੀਤੀਆਂ। ਇੱਥੇ ਦੂਰੋਂ ਦੂਰੋਂ ਲੋਕ ਉਹਨਾਂ ਦਾ ਉਪਦੇਸ਼ ਸੁਣਨ ਲਈ ਆਉਂਦੇ ਸਨ। ਉਸ ਸਮੇਂ ਗੁਰੂ ਸਾਹਿਬ ਦੀ ਪਤਨੀ ਗਰਭਵਤੀ ਵੀ ਸੀ ਅਤੇ ਥੋੜ੍ਹੇ ਦਿਨਾਂ ਪਿੱਛੋਂ ਉਹਨਾਂ ਦੇ ਘਰ ਬੱਚਾ ਹੋਣ ਵਾਲਾ ਸੀ। ਇਸ ਲਈ ਉਹਨਾਂ ਨੇ ਆਪਣੀ ਪਤਨੀ ਅਤੇ ਮਾਤਾ ਜੀ ਨੂੰ ਪਟਨੇ ਛੱਡ ਕੇ ਆਪ ਢਾਕਾ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ, ਕਿਉਂਕਿ ਢਾਕਾ ਦੀ ਸੰਗਤ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਬੜੀ ਹੀ ਉਤਾਵਲੀ ਸੀ। ਫਿਰ ਉਹ ਢਾਕਾ ਗਏ। ਮੁੰਗੇਰ ਤੋਂ ਭਾਗਲਪੁਰ ਤੇ ਹੋਰ ਕਈ ਸਥਾਨਾਂ ਤੋਂ ਹੁੰਦੇ ਹੋਏ ਗੁਰੂ ਜੀ ਢਾਕਾ, ਅੱਜ ਕੱਲ੍ਹ ਜਿਹੜੀ ਇਹ ਬੰਗਲਾਦੇਸ਼ ਹੈ ਉਸ ਦੀ ਇਹ ਰਾਜਧਾਨੀ ਹੈ, ਉੱਥੇ ਗੁਰੂ ਸਾਹਿਬ ਪਹੁੰਚੇ। ਉੱਥੇ ਵੀ ਸਿੱਖ ਧਰਮ ਦਾ ਬੜਾ ਪ੍ਰਚਾਰ ਦਾ ਇੱਕ ਕੇਂਦਰ ਸੀ। ਗੁਰੂ ਸਾਹਿਬ ਨੇ ਉੱਥੇ ਵੀ ਸੰਗਤਾਂ ਨਾਲ ਉਪਦੇਸ਼ ਜਿਹੜੇ ਸੀ ਉਹਨਾਂ ਨੂੰ ਦਿੱਤੇ ਔਰ ਸਿੱਖੀ ਦੇ ਜਿਹੜੇ ਸਿਧਾਂਤ ਸੀ ਉਹਨਾਂ ਨੂੰ ਸਮਝਾਇਆ। ਇੱਥੇ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਘਰ ਇੱਕ ਬਾਲਕ ਦਾ ਜਨਮ ਹੋਇਆ, ਜਿਸ ਦਾ ਨਾਮ ਜਿਹੜਾ ਹੈ ਉਹ ਗੋਬਿੰਦ ਦਾਸ ਜਿਹੜਾ ਹੈ ਉਹ ਰੱਖਿਆ ਗਿਆ। ਇਸ ਤੋਂ ਬਾਅਦ ਗੁਰੂ ਸਾਹਿਬ ਧੁਬਰੀ ਵੀ ਗਏ। ਇਸ ਤੋਂ ਬਾਅਦ ਪੰਜਾਬ ਦੇ ਮਾਲਵਾ ਤੇ ਬਾਂਗਰ ਪ੍ਰਦੇਸ਼ਾਂ ਦੀਆਂ ਯਾਤਰਾਵਾਂ ਵੀ ਨੌਵੇਂ ਗੁਰੂ ਸਾਹਿਬ ਵੱਲੋਂ ਕੀਤੀਆਂ ਗਈਆਂ। 1673 ਈਸਵੀ ਦੇ ਮੱਧ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਮਾਲਵਾ ਤੇ ਬਾਂਗਰ ਪ੍ਰਦੇਸ਼ ਦੀ ਦੂਜੀ ਵਾਰ ਯਾਤਰਾ ਕਰਨ ਦਾ ਨਿਸ਼ਚਾ ਕਰ ਲਿਆ। ਇਸ ਯਾਤਰਾ ਵਿੱਚ ਉਹਨਾਂ ਦੀ ਪਤਨੀ ਗੁਜਰੀ ਜੀ ਅਤੇ ਪੁੱਤਰ ਗੋਬਿੰਦ ਦਾਸ ਵੀ ਉਹਨਾਂ ਦੇ ਨਾਲ ਗਏ। ਸਭ ਤੋਂ ਪਹਿਲਾਂ ਗੁਰੂ ਸਾਹਿਬ ਸੈਫਾਬਾਦ ਪਹੁੰਚੇ। ਇੱਥੇ ਸੈਫ ਖਾਂ ਦੇ ਨਾਲ ਸੈਫ ਖਾਂ ਨੇ ਉਹਨਾਂ ਦਾ ਦਿਲੀ ਸਵਾਗਤ ਕੀਤਾ। ਉਸਨੇ ਕਿਲ੍ਹੇ ਦੇ ਅੰਦਰ ਗੁਰੂ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਦੇ ਠਹਿਰਨ ਲਈ ਬੰਦੋਬਸਤ ਕੀਤਾ। ਇੱਥੇ ਤਕਰੀਬਨ 3 ਮਹੀਨੇ ਗੁਰੂ ਸਾਹਿਬ ਰਹੇ।
ਜਿਹੜੀਆਂ ਮਹੱਤਵਪੂਰਨ ਥਾਵਾਂ ਦੀਆਂ ਯਾਤਰਾਵਾਂ ਗੁਰੂ ਸਾਹਿਬ ਨੇ ਕੀਤੀਆਂ ਸੀ ਉਹਨਾਂ ਵਿੱਚ ਜਿਵੇਂ ਮੱਲੋਵਾਲ ਹੈ, ਸੇਖਾਂ ਹੈ, ਢਿਲਵਾਂ, ਜੋਗਾ, ਭੋਪਾਲੀ, ਭੀਖੀ, ਖੀਵਾ, ਸਮਾਓ, ਖਿਆਲਾ, ਮੋੜ, ਤਲਵੰਡੀ, ਦਮਦਮਾ ਸਾਹਿਬ ਜਿਹਨੂੰ ਕਹਿੰਦੇ ਆ, ਬਠਿੰਡਾ, ਗੋਬਿੰਦਪੁਰ, ਧਮਤਾਨ, ਇਹ ਸਾਰੇ ਇਲਾਕਿਆਂ ਦੀ ਯਾਤਰਾ ਜਿਹੜੀ ਸੀ ਉਹ ਗੁਰੂ ਸਾਹਿਬ ਨੇ ਕੀਤੀ। ਮਾਲਵਾ ਅਤੇ ਬਾਂਗਰ ਪ੍ਰਦੇਸ਼ ਵੱਲ ਉਹਨਾਂ ਨੇ ਜਿਹੜਾ ਸੀ ਉਹ ਧਿਆਨ ਦਿੱਤਾ। ਗੁਰੂ ਸਾਹਿਬ ਦੀਆਂ ਇਹਨਾਂ ਯਾਤਰਾਵਾਂ ਦਾ ਲੋਕਾਂ ਦੇ ਦਿਲਾਂ ਉੱਤੇ ਡੂੰਘਾ ਅਸਰ ਹੋਇਆ। ਗੁਰੂ ਸਾਹਿਬ ਨੇ ਇਹਨਾਂ ਪਛੜੇ ਹੋਏ ਲੋਕਾਂ ਦੇ ਦੁੱਖਾਂ ਤੇ ਤਕਲੀਫਾਂ ਨੂੰ ਦੂਰ ਕਰਨ ਲਈ ਯਤਨ ਕੀਤੇ। ਉਹਨਾਂ ਨੇ ਬਹੁਤ ਸਾਰੇ ਸਥਾਨਾਂ 'ਤੇ ਖੂਹ ਅਤੇ ਸਰੋਵਰ ਖੁਦਵਾਏ। ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਭਾਵਾਂ ਕੀਤੀਆਂ ਗਈਆਂ। ਉਹਨਾਂ ਦੇ ਪ੍ਰਭਾਵ ਹੇਠ ਜ਼ਮੀਂਦਾਰਾਂ ਨੇ ਕਿਸਾਨਾਂ ਤੇ ਵਾਹੀਕਾਰਾਂ ਨਾਲ ਚੰਗਾ ਵਿਹਾਰ ਕਰਨਾ ਆਰੰਭ ਕਰ ਦਿੱਤਾ। ਗੁਰੂ ਸਾਹਿਬ ਨੇ ਥਾਂ ਥਾਂ 'ਤੇ ਧਰਮ ਪ੍ਰਚਾਰ ਦੇ ਕੇਂਦਰ ਸਥਾਪਿਤ ਕਰ ਦਿੱਤੇ। ਉਹਨਾਂ ਦੀ ਸ਼ਖਸੀਅਤ ਤੇ ਬਾਣੀ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹਨਾਂ ਦੇ ਸ਼ਰਧਾਲੂ ਬਣੇ। ਉਹਨਾਂ ਦੇ ਉਪਦੇਸ਼ਾਂ ਦੇ ਫਲਸਵਰੂਪ ਲੋਕਾਂ ਵਿੱਚ ਨਵੀਂ ਚੇਤਨਾ ਜਾਗਰਿਤ ਹੋਈ। ਉਹਨਾਂ ਵਿੱਚ ਵਿਸ਼ੇਸ਼ ਧਾਰਮਿਕ ਉਤਸ਼ਾਹ, ਦਲੇਰੀ ਤੇ ਨਿਡਰਤਾ ਦੀਆਂ ਭਾਵਨਾਵਾਂ ਪੈਦਾ ਹੋਈਆਂ। ਗੁਰੂ ਸਾਹਿਬ ਦੀ ਨਿੱਤ ਵੱਧ ਰਹੀ ਮਾਨ ਇੱਜ਼ਤ ਤੇ ਸਰਵਪ੍ਰਿਯਤਾ ਦੇ ਕਾਰਨ ਮੁਗਲ ਸਰਕਾਰ ਨੇ ਉਹਨਾਂ ਬਾਰੇ ਕਈ ਸ਼ੰਕੇ ਉਹਨਾਂ ਨੂੰ ਹੋ ਗਏ ਅਤੇ ਉਹਨਾਂ ਦੀਆਂ ਕਾਰਵਾਈਆਂ ਨੂੰ ਸਰਕਾਰੀ ਦਰਬਾਰ ਵਿੱਚ ਮੁਗਲ ਸਾਮਰਾਜ ਦੇ ਖਤਰੇ ਦਾ ਸਾਧਨ ਸਮਝਿਆ ਜਾਣ ਲੱਗਿਆ। ਹੁਣ ਇਸੇ ਚੀਜ਼ ਦਾ ਨਤੀਜਾ ਸੀ, ਇਸੇ ਲੋਕਪ੍ਰਿਯਤਾ ਦਾ ਨਤੀਜਾ ਸੀ, ਇਸੇ ਦਲੇਰੀ, ਬਹਾਦਰੀ, ਨਿਡਰਤਾ, ਲੋਕਾਂ ਦੀ ਸੇਵਾ, ਜਨ ਚੇਤਨਾ ਦਾ ਇਹ ਨਤੀਜਾ ਹੋਇਆ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ 9ਵੇਂ ਗੁਰੂ ਸਾਹਿਬ ਤੋਂ ਬਹੁਤ ਹੀ ਜ਼ਿਆਦਾ ਜੈਲਸ ਹੋ ਗਿਆ। ਉਹਦੇ ਮਨ ਵਿੱਚ ਇੱਕ ਡਰ ਪੈਦਾ ਹੋ ਗਿਆ ਕਿ ਅਗਰ ਇਸੇ ਤਰ੍ਹਾਂ ਇਹ ਵਿਅਕਤੀ ਜਿਹੜਾ ਹੈ ਉਹ ਹਿੰਦੂਆਂ ਦੇ ਵਿੱਚ, ਸਿੱਖਾਂ ਦੇ ਵਿੱਚ ਚੇਤਨਾ ਪੈਦਾ ਕਰਦਾ ਰਿਹਾ, ਜਾਗਰੂਕਤਾ ਪੈਦਾ ਕਰਦਾ ਰਿਹਾ, ਉਹਨਾਂ ਸੁਧਾਰ ਕਰਦਾ ਰਿਹਾ, ਤਾਂ ਉਹਦੇ ਲਈ, ਉਸ ਦੇ ਤਖਤ ਲਈ ਇਹ ਬੜਾ ਹੀ ਖਤਰਨਾਕ ਹੋ ਸਕਦਾ, ਕਿਉਂਕਿ ਉਹ ਤਾਂ ਸਾਰੇ ਹਿੰਦੁਸਤਾਨ ਨੂੰ ਇੱਕ ਇਸਲਾਮ, ਦਾਰੁਲ ਇਸਲਾਮ ਬਣਾਉਣ 'ਤੇ ਤੁਲਿਆ ਹੋਇਆ ਸੀ। ਤਾਂ ਇਸ ਕਰਕੇ ਇਸ ਲੋਕਪ੍ਰਿਯਤਾ ਤੋਂ ਜੈਲਸ ਹੋ ਕੇ ਹੀ ਉਸਨੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਔਰ ਬਾਅਦ ਵਿੱਚ ਉਹਨਾਂ ਦੀ ਸ਼ਹੀਦੀ ਜਿਹੜੀ ਹੈ ਉਹ ਹੋਈ। ਉਹ ਇਹ ਸਾਰੀ ਗੱਲ ਜਿਹੜੀ ਉਹਨਾਂ ਦੀ ਸ਼ਹੀਦੀ ਦੇ ਕਾਰਨ ਕੀ ਸੀ ਔਰ ਕੀ ਉਸ ਦਾ ਮਹੱਤਵ ਨਿਕਲਿਆ, ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਥੈਂਕ ਯੂ।